ਭਾਈ ਗੁਰਦਾਸ ਜੀ ਵਾਰ 18ਵੀਂ ਪੌੜੀ 20ਵੀਂ ਪੌੜੀ। ਸਤਿਗੁਰ ਸੱਚਾ ਪਾਤਸ਼ਾਹੋ ਸਾਧ ਸੰਗਤ ਸੱਚ ਤਖਤ ਸੁਹੇਲਾ, ਸੱਚ ਸ਼ਬਦ ਟਕਸਾਲ ਸੱਚ ਅਸ਼ਟ ਧਾਤ ਇਕ ਪਾਰ ਸਮੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ। ਸਤਿਗੁਰ ਸੱਚਾ ਪਾਤਸ਼ਾਹੋ ਸਾਧ ਸੰਗਤ ਸੱਚ ਤਖਤ ਸੁਹੇਲਾ। ਭਾਈ ਗੁਰਦਾਸ ਜੀ 20ਵੀਂ ਪੌੜੀ ਦੇ ਵਿੱਚ ਸੱਚ, ਜਿਵੇਂ ਪਹਿਲਾਂ ਸਤ ਸੰਗਤ ਦਾ ਆਇਆ ਸੀ 18ਵੀਂ ਪੌੜੀ ਦੇ ਵਿੱਚ, 19ਵੀਂ ਪੌੜੀ ਦੇ ਵਿੱਚ, ਤੇ ਸਤ ਸੰਗਤ ਤੋਂ ਬਾਅਦ ਜੋ ਕਿ ਸੱਚ ਹੈ, ਜੋ ਲੋਕ ਕਿਰਿਆ ਕਰਮ ਕਰਦੇ ਹਨ, ਕਰਮ ਕਾਂਡ ਕਰਦੇ ਹਨ, ਉਹਨਾਂ ਦੇ ਬਾਰੇ ਨਿਖੇਧੀ ਕੀਤੀ ਹੈ, ਜੋ ਕਿ ਸੱਚ ਤੋਂ ਉਰੇ ਰਹਿ ਜਾਂਦੇ ਹਨ, ਸੱਚ ਤੱਕ ਨਹੀਂ ਪਹੁੰਚਦੇ। ਹੁਣ ਸੱਚ ਵਾਸਤੇ ਸੱਚ ਦਾ ਰਾਜ ਹੋਣਾ ਜ਼ਰੂਰੀ ਹੈ, ਕਿਉਂਕਿ ਸੱਚ ਦਾ ਵੀ ਇੱਕ ਰਾਜ ਹੈ। ਜਿਵੇਂ ਦੁਨਿਆਵੀ ਰਾਜ ਹੁੰਦੇ ਨੇ, ਇਸ ਤਰ੍ਹਾਂ ਕਰਕੇ ਸੱਚ ਦਾ ਵੀ ਇੱਕ ਰਾਜ ਹੈ। ਇਹ ਸੱਚ ਦਾ ਰਾਜ ਜੋ ਹੁੰਦਾ ਹੈ, ਜਿੱਥੇ ਸੱਚਾ ਪਰਮੇਸ਼ਰ ਆਪ ਉਸ ਰਾਜ ਦਾ ਰਾਜਾ ਬਣ ਕੇ, ਸੋ ਸਾਰੀ ਇਹ ਸੱਚ ਦੀ ਜੋ ਸ੍ਰਿਸ਼ਟੀ ਬਣਾਈ ਹੋਈ ਹੈ ਸੱਚੇ ਦੀ, ਉਹ ਸੱਚਾ ਆਪ ਵਰਤ ਕਰਕੇ ਆਪ ਹੀ ਇਹ ਸੰਸਾਰ ਵਿੱਚ ਵਰਤ ਰਿਹਾ ਹੈ, ਤੇ ਆਪ ਹੀ ਇਹ ਸੰਸਾਰ ਨੂੰ ਜੋ ਉਹਨਾਂ ਦੇ ਕਰਮ ਹੈ ਭੁਗਤਾ ਰਿਹਾ ਹੈ। ਇਸ ਕਰਕੇ ਇੱਕ ਸੱਚੇ ਦਾ ਰਾਜ ਹੈ। ਸੋ ਦੁਨਿਆਵੀ ਰਾਜ ਦੇ ਉੱਤੇ ਸਿੱਖ ਨੂੰ ਚਾਹੀਦਾ ਹੈ ਕਿ ਇੱਕ ਸੱਚ ਦੇ ਰਾਜ ਨੂੰ ਐਕਨੋਲੇਜ ਕਰੇ, ਕਿ ਸਾਰੇ ਰਾਜਾਂ ਦੇ ਉੱਤੇ, ਜਿੰਨੇ ਵੀ ਵੱਡੇ ਵੱਡੇ ਰਾਜ ਹੋਣਗੇ, ਉਹਨਾਂ ਦੇ ਉੱਤੇ ਇੱਕ ਸੱਚੇ ਪਰਮੇਸ਼ਰ ਦਾ ਰਾਜ ਹੈ। ਹੁਣ 19ਵੀਂ ਪੌੜੀ ਦੇ ਵਿੱਚ ਆਪ ਜੀ ਨੇ ਸੁਣਿਆ ਹੀ ਹੈ, ਜੋ ਪਿਛਲੀ ਪੌੜੀ ਸੀਗੀ, ਵੀ ਜੋ ਲੋਕ ਪੁਰਬਾਂ 'ਤੇ ਜਾਂਦੇ ਹਨ, ਕਰਮ ਕਾਂਡ ਕਰਦੇ ਹਨ। ਦੇਖੋ, ਸਿੱਖ ਧਰਮ ਦੇ ਵਿੱਚ ਆਪਾਂ ਗੁਰਪੁਰਬ ਮਨਾਉਂਦੇ ਹਾਂ। ਆਪਾਂ ਵੀ ਜਿਹੜਾ ਹਾਂ, ਜੋ ਆਪਣੇ ਧਰਮ ਅਸਥਾਨ ਹਨ, ਤੇ ਉਹਨਾਂ 'ਤੇ ਸਿੱਖ ਜਾਂਦਾ ਹੈ। ਜਿਵੇਂ 5 ਤਖਤ ਹਨ, 4 ਧਾਮ ਹਨ। ਸੋ ਆਪਾਂ ਨੂੰ ਵੀ ਜਿਹੜਾ ਹੈ ਹਿਦਾਇਤ ਹੈ ਗੁਰੂ ਸਾਹਿਬ ਦੀ ਵੀ ਦਰਸ਼ਨ ਕਰਨੇ ਹਨ। ਪਰ ਇੱਥੇ ਜਿਹੜੀ ਹੈ ਉਪਦੇਸ਼ ਸੱਚ ਦਾ ਮਿਲਦਾ ਹੈ। ਇੱਥੇ ਕੋਈ ਕਰਮ ਕਾਂਡ ਦੀ ਗੱਲ ਨਹੀਂ ਹੈ, ਇੱਥੇ ਸਿੱਧਾ ਸੱਚ ਨਾਲ ਮੇਲ ਹੈ। ਕਿਉਂਕਿ ਬਾਕੀ ਦੇ ਧਰਮ ਅਸਥਾਨਾਂ ਦੇ ਵਿੱਚ ਭਾਵੇਂ ਉਹਨਾਂ ਨੇ ਜਿਹੜਾ ਹੈ ਆਪੋ ਆਪਣੇ ਤਰੀਕਿਆਂ ਨਾਲ ਆਪਣੇ ਮੰਦਰਾਂ ਮਸਜਿਦਾਂ ਨੂੰ, ਚਰਚਾਂ ਨੂੰ ਬਣਾਇਆ ਹੈ, ਪਰ ਸਾਰੇ ਧਰਮ ਅਸਥਾਨਾਂ ਤੇ ਉੱਪਰ ਇੱਕ ਸਿੱਖ ਧਰਮ ਹੈ, ਜਿਹਦੇ ਧਰਮ ਅਸਥਾਨ ਗੁਰਦੁਆਰੇ ਦੇ ਵਿੱਚ ਆਪ ਗੁਰੂ ਵਸਦਾ ਹੈ, ਆਪ ਉਹ ਪਰਮੇਸ਼ਰ ਵਸਦਾ ਹੈ। ਸੋ ਇਸ ਕਰਕੇ ਸਿੱਖ ਦਾ ਜਿਹੜਾ ਹੈ ਇਹ ਕਾਰਜ ਜਿਹੜੇ ਕਰਨੇ ਹਨ, ਇਹ ਸੱਚੇ ਹਨ, ਕਿਉਂਕਿ ਸੱਚੇ ਪਰਮੇਸ਼ਰ ਨਾਲ ਸਿੱਧਾ ਸੰਬੰਧ ਹੈ। ਇਸ ਕਰਕੇ ਹੁਣ ਸੱਚ ਦੇ ਰਾਜ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੇ ਅਗਰ ਬੰਦਾ ਦੁਨਿਆਵੀ ਰਾਜਾਂ ਦੇ ਵਿੱਚ ਫਸ ਜਾਵੇ, ਤਾਂ ਉਹ ਪਰਮੇਸ਼ਰ ਦੀ ਹੁਕਮ ਮੰਨਣ ਤੋਂ ਜਿਹੜਾ ਹੈ ਇਨਕਾਰੀ ਹੋ ਜਾਂਦਾ ਹੈ, ਤੇ ਉਹਨੂੰ ਈਨ ਜਾਂ ਦੂਸਰੇ ਜਿਹੜਾ ਹਨ ਸੰਸਾਰ ਦੇ ਰਾਜਿਆਂ ਦੇ ਹੁਕਮ ਵਿੱਚ ਉਹਨਾਂ ਨੂੰ ਮੰਨਣਾ ਪੈਂਦਾ ਹੈ, ਉਹ ਚੱਲਦੇ ਹਨ। ਸੋ ਇਸ ਕਰਕੇ ਕੀ ਹੁੰਦਾ ਹੈ, ਉਸ ਦੇ ਵਿੱਚ ਫਿਰ ਗਲਤ ਕੰਮ ਵੀ ਹੁੰਦੇ ਨੇ। ਉਹਦੇ ਵਿੱਚ ਜਿਹੜਾ ਹੈ ਬੰਦੇ ਨੂੰ ਜਿਹੜਾ ਹੈ ਆਪਣੇ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸੱਚ ਦਾ ਰਾਜ ਬਾਰੇ ਭਾਈ ਗੁਰਦਾਸ ਜੀ ਇੱਥੇ ਲਿਖਦੇ ਹਨ, ਸਤਿਗੁਰ ਸੱਚਾ ਪਾਤਸ਼ਾਹ। ਦੇਖੋ, ਸੱਚਾ ਪਾਤਸ਼ਾਹ ਦੁਨੀਆ ਦਾ, ਸਾਰੀ ਸ੍ਰਿਸ਼ਟੀ ਦਾ, ਸਾਰੇ ਯੂਨੀਵਰਸ ਦਾ, ਸਾਰੇ ਗੈਲੈਕਸੀਜ਼ ਦਾ, ਜਿੰਨਾ ਵੀ ਮਰਜ਼ੀ ਕਹਿ ਲਓ, ਉਸ ਦਾ ਇੱਕੋ ਹੀ ਪਾਤਸ਼ਾਹ ਹੈ, ਉਹ ਪਰਮੇਸ਼ਰ ਆਪ ਹੈ। ਸਾਧ ਸੰਗਤ ਸੱਚ ਤਖਤ ਸੁਹੇਲਾ। ਦੇਖੋ, ਪਰਮੇਸ਼ਰ ਦਾ ਤਖਤ ਕਿੱਥੇ ਹੈ? ਜੇ ਕਹਿ ਦਈਏ ਨਾ ਵੀ ਰਾਜਾ ਹੈ, ਤਾਂ ਉਹਦਾ ਥਰੋਨ ਕਿੱਥੇ ਹੈ, ਉਹਦਾ ਤਖਤ ਕਿੱਥੇ ਹੈ? ਕਹਿੰਦੇ ਸਾਧ ਸੰਗਤ ਹੀ ਉਸਦਾ ਤਖਤ ਹੈ। ਜਿੱਥੇ ਸਾਧ ਸੰਗਤ ਜੁੜਦੀ ਹੈ, ਉਹੀ ਤਖਤ ਪਰਮੇਸ਼ਰ ਦਾ ਹੈ, ਪਰਮੇਸ਼ਰ ਉੱਥੇ ਵਸਦਾ ਹੈ। ਇਸ ਕਰਕੇ ਸਾਧ ਸੰਗਤ ਜਿਹੜੀ ਹੈ ਇਹ ਇੱਕ ਦਰਬਾਰ ਹੈ, ਉਹ ਪਰਮੇਸ਼ਰ ਦਾ ਆਪਣਾ ਆਪ ਪਰਮੇਸ਼ਰ ਉੱਥੇ ਵਰਤਦਾ ਹੈ। ਸੱਚ ਸ਼ਬਦ ਟਕਸਾਲ ਸੱਚ। ਦੇਖੋ, ਸੱਚਾ ਹੀ ਸ਼ਬਦ, ਜਿਵੇਂ ਇੱਕ ਕੰਟਰੀ ਦੇ ਵਿੱਚ ਜਦੋਂ ਰਾਜ ਹੁੰਦਾ, ਉੱਥੇ ਲਾਅ ਹੁੰਦਾ ਹੈ। ਲਾਅ ਜਿਹੜਾ ਹੁੰਦਾ ਹੈ, ਕਾਨੂੰਨ ਜਿਹੜੇ ਹਨ ਬਣਾਏ ਜਾਂਦੇ ਹਨ, ਤੇ ਇਹ ਸੱਚਾ ਤਖਤ ਸੱਚੇ ਪਰਮੇਸ਼ਰ ਪਾਤਸ਼ਾਹ ਜੀ ਦਾ ਜਿਹੜਾ ਰਾਜ ਹੈ, ਉਹਦੇ ਵਿੱਚ ਸੱਚ ਸ਼ਬਦ ਹੀ ਹੈ ਜੋ ਸਾਰਿਆਂ ਦੀ ਅਗਵਾਈ ਕਰਦਾ ਹੈ। ਸ਼ਬਦ ਹੀ ਹੈ ਜਿਹਨੂੰ ਸੁਣ ਕਰਕੇ ਮੰਨਣ ਕਰਨਾ ਹੈ ਸਿੱਖ ਨੇ, ਤੇ ਉਸੇ ਨੂੰ ਨਿਧਿਆਸਨ ਪ੍ਰੈਕਟਿਸ ਕਰਨਾ ਹੈ। ਤੇ ਦੂਸਰਾ ਟਕਸਾਲ ਹੁੰਦੀ ਹੈ, ਜਿੱਥੇ ਕਰੰਸੀ ਜਿਹੜੀ ਹੈ ਉਹ ਚਲਾਈ ਜਾਂਦੀ ਹੈ। ਸੋ ਇਹ ਜਿਹੜਾ ਵੈਲਥ ਹੁੰਦਾ ਹੈ, ਕਰੰਸੀ, ਜਿੱਥੇ ਕੋਇਨਸ ਬਣਦੀਆਂ ਹਨ, ਉਹਨੂੰ ਟਕਸਾਲ ਕਹਿੰਦੇ ਹਾਂ। ਤੇ ਪਰਮੇਸ਼ਰ ਦਾ ਜਿਹੜਾ ਟਕਸਾਲ ਹੈ ਉਹ ਵੀ ਸੱਚੀ ਹੈ,
ਉਹ ਸੱਚੀ ਟਕਸਾਲ ਹੈ ਤੇ ਉਸ ਦੀ ਜਿਹੜੀ ਕਰੰਸੀ ਹੈ ਉਹ ਇਹ ਦੁਨੀਆ ਤੇ ਵੀ ਚੱਲਦੀ ਹੈ ਤੇ ਅਗਲੇ ਦੁਨੀਆ ਤੇ ਵੀ ਚੱਲਦੀ ਹੈ। ਹਰ ਵੇਲੇ ਹਰ ਸਮੇਂ ਵਿੱਚ ਉਹ ਜਿਹੜਾ ਉੱਚੀ ਨੀਵੀਂ ਨਹੀਂ ਹੁੰਦੀ, ਉਹ ਫਲਕਚੁਏਟ ਨਹੀਂ ਹੁੰਦੀ, ਉਹ ਇੱਕ ਜੈਸੀ ਰਹਿੰਦੀ ਹੈ। ਉਹ ਪਰਮੇਸ਼ਰ ਦੀ ਮਾਇਆ ਤੋਂ ਉੱਤੇ ਹੈ। ਦੇਖੋ ਮਾਇਆ ਵੀ ਪਰਮੇਸ਼ਰ ਨੇ ਬਣਾਈ ਹੈ, ਪਰ ਇਹ ਮਾਇਆ ਤਾਂ ਝੂਠੀ ਹੈ ਨਾ। ਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸੱਚੀ ਟਕਸਾਲ ਹੈ। ਸੱਚ ਅਸਤ ਧਾਤ ਇੱਕ ਪਾਰਸ ਮੇਲਾ। ਦੇਖੋ ਸੱਚ ਜਿਹੜਾ ਹੈ ਅਸ਼ਟ ਧਾਤ, ਹੁਣ 8 ਧਾਤਾਂ ਦਾ ਜਿਹੜਾ ਹੈ ਜਦੋਂ ਉਹਨੂੰ ਪਾਰਸ ਦੀ ਸ਼ੋਅ ਪ੍ਰਾਪਤ ਹੁੰਦੀ ਹੈ ਤਾਂ ਸੋਨਾ ਬਣਦਾ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਹੈ ਇਹ ਜਿਹੜੀ ਅਸ਼ਟ ਧਾਤ ਹੈ, ਜਿਵੇਂ ਸ਼ਬਦ ਹੈ ਘੜੀਐ ਸ਼ਬਦ ਸੱਚੀ ਟਕਸਾਲ। ਸੋ ਸੱਚੀ ਟਕਸਾਲ ਜੋ ਸ਼ਬਦ ਦੇ ਨਾਲ ਘੜੀ ਜਾਂਦੀ ਹੈ, ਇਹੀ ਜਿਹੜੀ ਹੈ ਦੇਖੋ ਐਸਾ ਹੀ ਅਸ਼ਟਾਂ ਧਾਤਾਂ ਦੇ ਨਾਲ। ਸੋ ਅਸ਼ਟ ਧਾਤ ਜਿਹੜੇ ਹਨ ਇਹ ਕਿਹੜੇ ਹਨ? ਸੋ ਜੇ ਤਾਂ ਆਪਾਂ ਇਹ ਜਿਹੜਾ ਹੈ ਵੇਦ ਗਿਆਨ ਨਾਲ ਜਾਈਏ ਤਾਂ ਇਹ ਜਿਹੜੇ ਹਨ ਅਸ਼ਟ ਧਾਤ ਜਿਹੜੇ ਹੁੰਦੇ 4 ਵਰਨ ਹੁੰਦੇ ਹਨ ਤੇ 4 ਆਸ਼ਰਮ ਹੁੰਦੇ ਹਨ। 4 ਵਰਨ ਤਾਂ ਉਹ ਹੈ ਬ੍ਰਾਹਮਣ, ਖੱਤਰੀ, ਵੈਦ ਤੇ ਸ਼ੂਦਰ। ਤੇ ਅੱਗੇ ਜਿਹੜੇ 4 ਆਸ਼ਰਮ ਹਨ ਉਹ ਜਿਹੜੇ ਹਨ ਬ੍ਰਹਮਚਰਿਆ ਹੈ, ਗ੍ਰਸਥ ਧਰਮ ਹੈ, ਵਨਪ੍ਰਸਥ ਹੈ ਤੇ ਸੰਨਿਆਸ ਹੈ। ਤੇ ਹਿੰਦੂ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਨਾ, ਸਨਾਤਨ ਧਰਮ ਦੇ ਵਿੱਚ, ਕਿ ਹਰ ਇੱਕ ਦੀ ਉਮਰ ਦੇ ਵਿੱਚ 4 ਪਾਰਟਸ ਹੁੰਦੇ ਹਨ। ਤੇ ਇਹ ਮੰਨਦੇ ਹਨ ਕਿ ਜਿਹੜਾ ਹਨ ਜਨਮ ਤੋਂ ਲੈ ਕੇ ਜਦੋਂ ਤੱਕ ਵਿਆਹ ਨਹੀਂ ਹੁੰਦਾ 25 ਸਾਲ ਦੀ ਉਮਰ ਤੱਕ ਬ੍ਰਹਮਚਾਰੀ ਹੋਣਾ ਹੈ। ਤੇ ਉਸ ਤੋਂ ਬਾਅਦ 25 ਸਾਲ ਤੋਂ ਬਾਅਦ ਜਿਹੜਾ 50 ਸਾਲਾਂ ਤੱਕ ਗ੍ਰਸਤੀ ਹੋਣਾ ਹੈ। ਸੋ ਜਿਹੜਾ ਹਨ 50 ਸਾਲ ਤੋਂ ਜਿਹੜਾ 75 ਸਾਲ ਤੱਕ 75 ਤੱਕ ਉਹਨੂੰ ਜਿਹੜਾ ਹੈ ਮੰਨਿਆ ਹੈ ਵਨਪ੍ਰਸਥ ਹੋਣਾ। ਹੁਣ ਦੇਖੋ ਜਿਹੜਾ ਕਿ ਗ੍ਰਸਤੀ ਧਰਮ ਹੈ ਇਹ 50 ਸਾਲ ਤੱਕ ਕਰਨਾ ਹੈ। ਉਸ ਤੋਂ ਬਾਅਦ ਸਭ ਕੁਝ ਪਿੱਛੇ ਛੱਡ ਕੇ ਤੇ ਅੱਗੇ ਜੰਗਲ ਨੂੰ ਚਲੇ ਜਾਣਾ ਹੈ। ਇਹਨੂੰ ਵਨਪ੍ਰਸਥ ਕਹਿੰਦੇ ਹਨ, ਵੀ ਜੰਗਲ ਵਿੱਚ ਰਹਿਣਾ ਹੈ। ਤੇ ਜਿਹੜਾ 75 ਸਾਲ ਦੀ ਉਮਰ ਤੱਕ ਉੱਥੇ ਜਿਹੜਾ ਹੈ ਜੰਗਲ ਵਿੱਚ ਰਹਿ ਕਰਕੇ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਨਾ ਤੇ ਹੋਰ ਕਾਰਜ ਜਿਹੜੇ ਜਿਉਣੇ ਰਹਿਣ ਵਾਸਤੇ ਤੇ ਭਗਤੀ ਕਰਨੀ ਹੈ। ਤੇ ਉਸ ਤੋਂ ਬਾਅਦ ਜਦੋਂ 75 ਸਾਲ 75 ਈਅਰਸ ਤੋਂ ਬਾਅਦ ਹੋ ਜਾ ਉਦੋਂ ਉਹ ਵੀ ਉਦਮ ਕਰਨਾ ਵੀ ਸਰੀਰ ਨੂੰ ਰੱਖਣਾ ਹੈ। ਜੇ ਕਿਤੇ ਕੋਈ ਦੇ ਜਾਵੇ ਤਾਂ ਖਾ ਲੈਣਾ ਤੇ ਜਿਹੜਾ ਹਨ ਵੈਸੇ ਉਦਮ ਨਹੀਂ ਕੋਈ ਵੀ ਕਰਨਾ, ਉਹਨੂੰ ਸੰਨਿਆਸ ਕਹਿੰਦੇ ਹਨ। ਸੋ ਇਸ ਤਰ੍ਹਾਂ ਕਰਕੇ ਕਹਿੰਦੇ ਇਹ ਤਾਂ ਦੁਨਿਆਵੀ ਜਿਹੜੇ ਹਨ ਲੋਕਾਂ ਨੇ ਇਹ ਕਾਨੂੰਨ ਬਣਾਏ ਹੋਏ ਹਨ, ਇੱਕ ਪ੍ਰੈਕਟਿਸਸ ਬਣਾਈਆਂ ਹੋਈਆਂ ਹਨ। ਪਰ ਸੱਚੇ ਤਖਤ ਪਰਮਾਤਮਾ ਦੇ ਵਾਸਤੇ ਜੇ ਉਹਨਾਂ ਦਾ ਜਿਹੜਾ ਰਾਜ ਹੈ ਨਾ, ਕਹਿੰਦੇ ਅਸ਼ਟ ਧਾਤ ਇੱਕ ਪਾਰਸ ਮੇਲਾ। ਪਾਰਸ ਰੂਪ ਪਰਮੇਸ਼ਰ ਹੈ ਜੋ ਅਸ਼ਟ ਧਾਤਾਂ ਨੂੰ ਜਿਹੜਾ ਹੈ ਸੋਨਾ ਬਣਾਉਂਦਾ ਹੈ ਨਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਰਾਜ ਵਿੱਚ ਕੋਈ ਵੀ ਉੱਚਾ ਨੀਵਾਂ ਨਹੀਂ ਹੁੰਦਾ, ਸਾਰੇ ਇੱਕ ਜੈਸੇ ਹੁੰਦੇ ਨੇ। ਫਰਕ ਸਿਰਫ ਇੰਨਾ ਹੀ ਹੁੰਦਾ ਹੈ, ਜਿਨ੍ਹਾਂ ਨੂੰ ਸ਼ੋਅ ਪ੍ਰਾਪਤ ਹੁੰਦੀ ਹੈ ਉਹ ਸੋਨਾ ਬਣ ਜਾਂਦੇ ਨੇ, ਜਿਨ੍ਹਾਂ ਨੂੰ ਨਹੀਂ ਹੁੰਦੀ ਉਹ ਜਿਹੜਾ ਆਪਣੇ ਰੂਪ 'ਚ ਰਹਿੰਦੇ ਲੋਹਾ ਰਹਿ ਜਾਂਦਾ ਹੈ, ਜਿਹੜਾ ਪਿੱਤਲ ਨੇ ਰਹਿ ਜਾਣਾ ਹੈ। ਉਹ ਵੈਸਾ ਹੈ, ਜਿਹੜਾ ਜੈਸਾ ਹੈ ਉਹ ਵੈਸਾ ਹੀ ਰਹਿ ਜਾਏਗਾ। ਸਿਰਫ ਇੱਕ ਸ਼ੋਅ ਦੀ ਜਿਹੜੀ ਹਨ ਡਿਫਰੈਂਸ ਹੈ। ਤੇ ਉਹ ਸ਼ੋਅ ਵੀ ਜਿਵੇਂ ਪਾਰਸ ਦੀ ਸ਼ੋਅ ਹੈ, ਟੱਚ ਹੈ ਨਾ, ਇੰਨੀ ਛੇਤੀ ਬਦਲਣ ਵਾਲੀ ਚੀਜ਼ ਹੈ। ਪਰ ਕਹਿੰਦੇ ਜੇ ਕਿਤੇ ਕਿਸੇ ਨੂੰ ਭਰੋਸਾ ਨਾ ਬਣੇ ਨਾ ਪਰਮੇਸ਼ਰ ਵਿੱਚ, ਉਹ ਜੈਸਾ ਜੰਮਿਆ ਵੈਸਾ ਹੀ ਰਹਿ ਜਾਂਦਾ ਹੈ। ਜਿਸ ਤਰ੍ਹਾਂ ਕਿ ਜਿਵੇਂ ਸਿੱਖ ਧਰਮ ਦੇ ਵਿੱਚ ਹੈ ਨਾ, ਜੋ ਵੀ ਕੋਈ ਆਪਾਂ ਜੰਮਦੇ ਹਾਂ ਆਪਣਾ ਕਾਸਟ ਵੀ ਹੁੰਦਾ ਹੈ, ਆਪਣੀ ਵਰਨ ਵੀ ਹੁੰਦੀ ਹੈ, ਆਪਣਾ ਗੋਤ ਵੀ ਹੁੰਦਾ ਹੈ। ਸੋ ਉਹੀ ਗੋਤ ਵਿੱਚ ਆਪਣਾ ਜਨਮ ਹੁੰਦਾ ਜਦੋਂ ਆਪਣਾ ਫਿਜ਼ੀਕਲ ਜਨਮ ਹੁੰਦਾ ਹੈ। ਪਰ ਜਿਸ ਵੇਲੇ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਆ ਨਾ, ਉਸ ਵੇਲੇ ਆਪਣਾ ਜਿਹੜਾ ਹਨ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਸਾਹਿਬ ਕੌਰ ਹੋ ਜਾਂਦੇ ਨੇ, ਤੇ ਆਪਣਾ ਜਿਹੜਾ ਵਰਨ ਹੈ ਨਾ ਉਹ ਖੱਤਰੀ ਹੋ ਜਾਂਦੇ ਹਾਂ। ਤੇ ਫਿਰ ਨਾਲ ਦੀ ਨਾਲ ਜਿਹੜਾ ਹੈ ਉਸ ਜਿਹੜਾ ਹਨ ਖਾਲਸਾ ਆਪਣਾ ਫਿਰ ਜਿਹੜਾ ਹੈ ਉਹੀ ਬਣ ਜਾਂਦਾ ਹੈ। ਕੋਈ ਗੋਤ ਨਹੀਂ ਰਹਿ ਜਾਂਦਾ, ਕੋਈ ਕੁਛ ਨਹੀਂ, ਆਪਾਂ ਇੱਕ ਹੋ ਜਾਂਦੇ ਹਾਂ। ਇਹੀ ਪਾਰਸ ਦਾ ਟੱਚ ਹੈ। ਜੋ ਪਾਰਸ ਜਦੋਂ ਲੱਗ ਜਾਂਦਾ ਹੈ ਖਾਲਸਾ ਬਣ ਜਾਂਦੇ ਹਾਂ। ਪੁਰਾਣਾ ਜਿਹੜਾ ਕੰਮ ਹੁੰਦਾ ਉਹ ਸਾਰਾ ਪਿੱਛੇ ਹੀ ਰਹਿ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਰਮੇਸ਼ਰ ਦੇ ਰਾਜ ਵਿੱਚ ਨਾ ਕੋਈ ਉੱਚਾ ਨੀਵਾਂ ਨਹੀਂ ਹੁੰਦਾ, ਸਾਰੇ ਇੱਕ ਜੈਸੇ ਹਨ। ਸੱਚਾ ਅਬਚਲ ਰਾਜ ਹੈ। ਦੇਖੋ ਸੱਚਾ ਅਬਚਲ ਰਾਜ ਹੈ। ਉਹ ਸੱਚੇ ਦਾ ਰਾਜ ਕਹਿੰਦੇ ਕਿਦੋਂ ਤੱਕ ਰਹਿੰਦਾ ਹੈ। ਹੁਣ ਦੁਨੀਆ ਦੇ ਰਾਜ ਤਾਂ ਬਣਦੇ ਤੇ ਟੁੱਟਦੇ ਹਨ, ਪਰ ਕਹਿੰਦੇ ਇੱਕ ਸੱਚਾ ਰਾਜ ਜਿਹੜਾ ਪਰਮੇਸ਼ਰ ਦਾ ਹੈ ਨਾ ਇਹ ਅਬਚਲ ਹੈ, ਇਹ ਨਹੀਂ ਕਿਤੇ ਵੀ ਮੁੱਕਦਾ, ਹਮੇਸ਼ਾ ਹੀ ਰਹਿੰਦਾ ਹੈ। ਤੇ ਐਸਾ ਰਾਜ ਹੈ ਜਿਹਦਾ ਖਾਤਮਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹਦਾ ਕੰਪੀਟੀਟਰ ਵੀ ਕੋਈ ਨਹੀਂ ਹੈਗਾ। ਸੱਚ ਮਹਿਲ ਨਵਹਾਨ ਨਵੇਲਾ। ਕਹਿੰਦੇ ਸੱਚ ਮਹਿਲ, ਉਹ ਪਰਮੇਸ਼ਰ ਦਾ ਮਹਿਲ ਰੂਪੀ ਇਹ ਜਿਹੜਾ ਸੰਸਾਰ ਹੈ ਨਾ ਇਹ ਵੀ ਸੱਚ ਹੀ ਹੈ। ਅਸਲ ਵਿੱਚ ਜੇ ਦੇਖੀਏ ਆਪਾਂ ਇਹ ਸੰਸਾਰ ਨੂੰ ਝੂਠਾ ਵੀ ਨਹੀਂ ਕਹਿ ਸਕਦੇ।
ਹੁਣ ਜੇ ਕਹੀਏ ਸਾਰਾ ਸੰਸਾਰ ਝੂਠਾ ਤਾਂ ਝੂਠਾ ਨਹੀਂ ਹੋ ਸਕਦਾ, ਕਿਉਂਕਿ ਇਹ ਸੰਸਾਰ ਦੇ ਵਿੱਚ ਉਹ ਸੱਚਾ ਪਰਮਾਤਮਾ ਵੀ ਵਰਤਦਾ ਹੈ, ਉਹ ਪਰਮਾਤਮਾ ਆਪ ਵਰਤਦਾ ਹੈ। ਇਸ ਕਰਕੇ ਜਿਹੜਾ ਹੈ ਇਹਦੇ ਵਿੱਚ ਕੋਈ ਝੂਠਾ ਵੀ ਨਹੀਂ ਹੋ ਸਕਦਾ। ਉਹ ਕਿਵੇਂ ਨੂੰ ਝੂਠਾ ਕਹਿ ਦੀ, ਜੋ ਸੱਚਾ ਇਹਦੇ 'ਚ ਵਰਤਦਾ ਹੈ। ਪਰ ਜਿਹੜਾ ਜਿਹਨੇ ਪਰਮੇਸ਼ਰ ਦਾ ਸੱਚਾ ਰਾਜ ਨੂੰ ਐਕਨੋਲੇਜ ਕੀਤਾ ਹੈ ਨਾ, ਉਹ ਪਰਮੇਸ਼ਰ ਨੂੰ ਦੇਖਦੇ ਹਨ ਸੰਸਾਰ ਵਿੱਚ। ਉਹਨਾਂ ਨੂੰ ਇਹ ਜਿਹੜਾ ਹਨ ਮਾਇਆ ਰੂਪੀ ਸੰਸਾਰ ਵਿੱਚ ਵੀ ਸੱਚ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ। ਸੱਚ ਮਹਿਲ ਹੈ ਤੇ ਨਵਹਾਨ ਨਵੇਲਾ, ਉਹ ਹਮੇਸ਼ਾ ਹੀ ਨਵਾਂ ਹੈ, ਉਹ ਕਿਤੇ ਪੁਰਾਣਾ ਨਹੀਂ ਹੁੰਦਾ। ਜਿਸ ਤਰ੍ਹਾਂ ਹਰ ਦਿਨ ਇੱਕ ਨਵਾਂ ਚੜ੍ਹਦਾ ਹੈ, ਨਵਾਂ ਹੌਸਲਾ ਲੈ ਕੇ, ਨਵੇਂ ਉਤਸ਼ਾਹ ਲੈ ਕੇ, ਇਸੇ ਤਰ੍ਹਾਂ ਹੀ ਹਰ ਵੇਲੇ ਪਰਮਾਤਮਾ ਨੀਤ ਨਾ, ਸਤਿਗੁਰੂ ਮੇਰਾ ਨੀਤ ਨਵਾਂ, ਹਮੇਸ਼ਾ ਹੀ ਉਹ ਨਵਾਂ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਦੇਖੋ ਨਾ, ਇਹ ਸੱਚ ਰਾਜ ਐਸਾ ਹੈ, ਗੁਰੂ ਪਾਰਸ ਨੇ ਕਰ ਦਿਏ ਰੰਗਰੇਟੜੇ ਗੁਰੂ ਕੇ ਬੇਟੜੇ। ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਟੱਚ ਹੁੰਦਾ ਹੈ ਨਾ, ਕਹਿੰਦੇ ਦੇਖੋ ਗੁਰੂ ਪਾਰਸ ਹੈ, ਗੁਰੂ ਪਾਰਸ ਨੇ ਜੇ ਟੱਚ ਵੀ ਕੀਤਾ ਹੈ ਨਾ, ਉਹ ਭਾਈ ਜੇਤਾ ਜੀ ਨੂੰ ਗੁਰੂ ਕੇ ਬੇਟੇ ਜਿਹੜਾ ਹਨ ਉਹ ਖਿਤਾਬ ਉਹਨਾਂ ਨੂੰ ਮਿਲ ਗਿਆ, ਰੰਗ ਰੇਟੇ ਗੁਰੂ ਕੇ ਬੇਟੇ ਹੋ ਗਏ। ਦੇਖੋ ਐਸਾ ਹੁੰਦਾ ਹੈ ਨਾ, ਜਿਵੇਂ ਗੁਰੂ ਮਹਾਰਾਜ ਜੀ ਆਪਣੇ ਵਰਗਾ ਬਣਾ ਲੈਂਦੇ ਹਨ। ਸੋ ਐਸਾ ਹੀ ਹੈ, ਕਹਿੰਦੇ ਨਵਹਾਨ ਨਵੇਲਾ, ਹਮੇਸ਼ਾ ਹੀ ਨਵੇਂ ਤੋਂ ਨਵਾਂ ਹੈ ਪਰਮੇਸ਼ਰ। ਐਸਾ ਰਾਜ ਪਰਮੇਸ਼ਰ ਦਾ ਹੈ। ਸੱਚਾ ਹੁਕਮ ਵਰਤਦਾ ਸੱਚਾ। ਦੇਖੋ ਸੱਚਾ ਹੁਕਮ ਉਸਦਾ ਵਰਤਦਾ ਹੈ। ਸੱਚਾ ਹੁਕਮ ਇਹ ਹੁੰਦਾ ਹੈ ਅਨਬਾਇਸਡ, ਉਹਨੂੰ ਕੋਈ ਬਾਇਸ ਅਨਚੈਲੰਜੇਬਲ। ਕਹਿੰਦੇ ਉਹ ਜਿਹੜਾ ਹੁਕਮ ਹੈ ਨਾ ਪਰਮੇਸ਼ਰ ਦਾ, ਉਹ ਸਾਰਿਆਂ ਤੇ ਹੀ ਇੱਕ ਜੈਸਾ ਹੈ, ਕਿਸੇ ਤੇ ਥੋੜਾ ਕਿਸੇ ਵੱਧ ਨਹੀਂ ਹੁੰਦਾ ਉਹਦਾ, ਕਿਉਂਕਿ ਸੱਚਾ ਹੁਕਮ ਹੈ। ਜਿਹੜਾ ਹਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸੋ ਉਹੀ ਹੁਕਮ ਹੈ, ਉਹ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ। ਸੋ ਇਸੇ ਤਰ੍ਹਾਂ ਜਿਹੜਾ ਹਨ ਵਰਤਦਾ ਸੱਚਾ, ਉਹ ਸੱਚਾ ਪਰਮਾਤਮਾ ਆਪ ਆਪਣੇ ਹੁਕਮ ਦੇ ਵਿੱਚ ਵਰਤ ਰਿਹਾ ਹੈ। ਸੋ ਉਹ ਜੇ ਹੁਕਮ ਨੂੰ ਵੀ ਕੋਈ ਮੰਨਦਾ, ਜਿਵੇਂ ਦੁਨੀਆ ਦੇ ਲਾਅ ਨੂੰ ਕੋਈ ਮੰਨਦਾ ਹੈ ਨਾ, ਉਹਨੂੰ ਜਿਹੜਾ ਹੈ ਲੋਕ ਜਿਹੜੇ ਹਨ ਕਹਿੰਦੇ ਹਾਂਜੀ ਇਹ ਬਹੁਤ ਲਾਅਫੁਲ ਹੈ। ਕਹਿੰਦੇ ਜੋ ਪਰਮਾਤਮਾ ਦੇ ਹੁਕਮ ਵਿੱਚ ਵਰਤਦੇ ਹਨ ਨਾ, ਕਹਿੰਦੇ ਉਹ ਵਰਤਦੇ ਪਰਮਾਤਮਾ ਵਿੱਚ ਮਿਲ ਜਾਂਦੇ ਹਨ। ਇਹ ਫਾਇਦਾ ਹੋ ਜਾਂਦਾ ਹੈ। ਸੋ ਕਹਿੰਦੇ ਅੱਗੇ ਜਿਹੜਾ ਹੈ ਐਸਾ ਹੁਕਮ ਵੀ ਸੱਚਾ, ਤੇ ਸੱਚਾ ਪਰਮਾਤਮਾ ਆਪ ਹੁਕਮ ਵਿੱਚ ਵਰਤਦਾ ਹੈ। ਅਮਰ ਸੱਚੋ ਰਸ ਕੇਲਾ। ਦੇਖੋ ਅਮਰੋ ਸੱਚੋ, ਉਹ ਜਿਹੜਾ ਅਮਰ ਹੁੰਦਾ ਹੈ ਨਾ ਮੌਤ, ਜਿੱਥੇ ਮੌਤ ਨਹੀਂ ਆਉਣੀ। ਹੁਣ ਉਹ ਪਰਮੇਸ਼ਰ ਦੇ ਰਾਜ ਵਿੱਚ ਕਿਸੇ ਦੀ ਮੌਤ ਨਹੀਂ ਹੁੰਦੀ। ਮੌਤ ਤਾਂ ਦੁਨੀਆ ਵੱਲੋਂ ਹੁੰਦੀ ਹੈ ਨਾ, ਇਹ ਦੁਨੀਆ ਦੇ ਕਾਰਜਾਂ ਵੱਲੋਂ ਹੁੰਦੀ ਹੈ, ਇਹ ਜਿਹੜੀ ਮਾਇਆ ਕਰਕੇ ਹੁੰਦੀ ਹੈ ਮੌਤ। ਸੋ ਮੌਤ ਕਹਿੰਦੇ ਉਹ ਮੌਤ ਤਾਂ ਵੀ ਹੁੰਦੀ ਨਹੀਂ ਉਹ ਸੱਚੇ ਕਰਕੇ। ਕਹਿੰਦੇ ਅਮਰੋ ਸੱਚੋ, ਕਹਿੰਦੇ ਅਮਰੋ ਸੱਚੋ ਜਿਹੜਾ ਹਨ ਅਮਰੋ, ਉਹ ਅਮਰ ਹੋ ਜਾਂਦਾ ਹੈ। ਉਹ ਸੱਚੋ, ਉਹ ਸੱਚੇ ਪਰਮਾਤਮਾ ਵਿੱਚ ਜਾ ਮਿਲਦਾ, ਇਸ ਕਰਕੇ ਉਹ ਅਮਰ ਹੋ ਜਾਂਦਾ ਹੈ। ਰਸ ਕੇਲਾ, ਤੇ ਉਹਨੂੰ ਰਸ ਜਿਹੜਾ ਆਨੰਦ ਦਾ ਹੈ ਉਹ ਹਮੇਸ਼ਾ ਹੀ ਉਹਦੇ ਵਿੱਚ ਰਹਿੰਦਾ ਹੈ। ਜੀਵਨ ਕਾਲ ਦੇ ਵਿੱਚ ਆਨੰਦ ਹੀ ਆਨੰਦ ਹੈ। ਇਸ ਕਰਕੇ ਜਦੋਂ ਗੁਰਸਿੱਖ ਸ਼ਹੀਦੀਆਂ ਪਾਉਂਦੇ ਹਨ ਨਾ, ਉਹਨਾਂ ਨੂੰ ਸ਼ਹੀਦੀ ਦਾ, ਆਪਣੀ ਮੌਤ ਦਾ ਕੋਈ ਡਰ ਨਹੀਂ ਰਹਿੰਦਾ, ਕਿਉਂਕਿ ਉਹਨਾਂ ਨੇ ਸੱਚੇ ਰਾਜ ਨੂੰ ਐਕਨੋਲੇਜ ਕੀਤਾ ਹੋਇਆ ਹੈ। ਇਸ ਕਰਕੇ ਉਹ ਦੁਨੀਆ ਦੇ ਝੂਠੇ ਰਾਜ ਤੋਂ ਡਰਦੇ ਕੋਈ ਨਹੀਂ ਹੈਗੇ। ਉਹ ਸੱਚ ਦੀ ਬੋਲਦੇ ਹਨ। ਉਹ ਜਿਹੜੇ ਹਨ ਪਰਮੇਸ਼ਰ ਨੂੰ ਐਕਨੋਲੇਜ ਕਰਦੇ ਹਨ, ਪਰਮੇਸ਼ਰ ਨੂੰ ਮੰਨਦੇ ਹਨ, ਪਰਮੇਸ਼ਰ ਨੂੰ ਹੀ ਜਾਣਦੇ ਹਨ। ਇਸ ਕਰਕੇ ਉਹਨਾਂ ਦਾ ਜੀਵਨ ਆਨੰਦ ਹੈ। ਉਹਨਾਂ ਨੂੰ ਕੀ ਫਰਕ ਪੈਂਦਾ ਹੈ, ਚਾਹੇ ਮੌਤ ਹੋਵੇ ਚਾਹੇ ਜੀਵਨ ਹੋਵੇ, ਉਹਨਾਂ ਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨਾਂ ਨੇ ਸੱਚੇ ਰਾਜ ਨੂੰ ਹੀ ਜਾਣਿਆ ਹੈ। ਸੱਚੀ ਸਿਫਤ ਸਲਾਹ ਸੱਚ। ਦੇਖੋ ਸੱਚੀ ਹੀ ਉਸਦੀ ਪਰਮਾਤਮਾ ਦੀ ਸਿਫਤੀ ਹੈ, ਤੇ ਉਸਦੇ ਰਾਜ ਵਿੱਚ ਉਸੇ ਦੀ ਸਿਫਤੀ ਹੈ, ਕਿਉਂਕਿ ਪਰਮਾਤਮਾ ਦੀ ਜਿਹੜੀ ਸਿਫਤੀ ਉਹ ਸੱਚੀ ਹੈ। ਜੇ ਦੁਨੀਆ ਦੇ ਰਾਜੇ ਦੀ ਕੋਈ ਸਿਫਤ ਕਰੇ ਨਾ, ਉਹ ਸੱਚੀ ਨਹੀਂ ਹੁੰਦੀ। ਉਹ ਜਿਹੜੀ ਹਨ ਕੀ ਹੁੰਦਾ ਹੈ, ਉਸਦੀ ਵਡਿਆਈ ਹੁੰਦੀ ਹੈ, ਝੂਠੀ ਵਡਿਆਈ ਕਰਨੀ ਪੈਂਦੀ ਹੈ, ਉਹਦੇ ਸਾਹਮਣੇ ਉਹਨੂੰ ਚੰਗਾ ਕਹਿਣਾ ਪੈਂਦਾ ਆਪਣਾ ਮਤਲਬ ਪੂਰਾ ਕਰਨ ਵਾਸਤੇ। ਪਰ ਜਿਹੜੀ ਪਰਮੇਸ਼ਰ ਦੀ ਸਿਫਤੀ ਹੈ ਨਾ, ਇਹ ਸੱਚੀ ਹੈ। ਜੋ ਵੀ ਤੁਸੀਂ ਪਰਮਾਤਮਾ ਬਾਰੇ ਕਹੋਗੇ, ਪਰਮਾਤਮਾ ਪੂਰੇ ਦਾ ਪੂਰਾ ਹੈ, ਉਹਦੇ ਵਿੱਚ ਕੋਈ ਅਧੂਰਾਪਣ ਨਹੀਂ ਹੈਗਾ। ਇਸ ਕਰਕੇ ਜਿਹੜਾ ਹਨ ਸਲਾਹ ਸੱਚ, ਉਹਦੀ ਸਲਾਹਣਾ, ਉਹਦੀ ਸਲੋਤਾ ਕਰਨੀ, ਉਹ ਵੀ ਸੱਚੀ ਹੈ, ਕਿਉਂਕਿ ਸਲੋਤਾ ਕਰਦਿਆਂ ਉਹੀ ਗੁਣ ਆਪਣੇ ਵਿੱਚ ਵੀ ਆ ਜਾਂਦੇ ਹਨ। ਸੱਚ ਸਲਾਹਣ ਅੰਮ੍ਰਿਤ ਵੇਲਾ। ਦੇਖੋ ਸੱਚਾ ਸਲਾਹਣਾ ਉਹ ਪਰਮਾਤਮਾ ਦਾ, ਸੱਚਾ ਜਿਹੜਾ ਹੈ ਉਸਦਾ ਸਲਾਹਣਾ, ਸੱਚੇ ਦੀ ਪ੍ਰੇਸ ਕਰਨੀ, ਤੇ ਕਹਿੰਦੇ ਉਹੀ ਅੰਮ੍ਰਿਤ ਵੇਲਾ, ਕਹਿੰਦੇ ਅੰਮ੍ਰਿਤ ਵੇਲਾ ਹੈ। ਦੇਖੋ ਹੁਣ ਉਸਦੀ ਸਿਫਤ ਸਲਾਹ ਕਰਨ ਵਾਸਤੇ ਉਹ ਸੱਚੇ ਪਰਮਾਤਮਾ ਨੇ ਆਪਣੇ ਰਾਜ ਵਿੱਚ ਅੰਮ੍ਰਿਤ ਵੇਲਾ ਬਖਸ਼ਿਆ ਹੈ। ਭਾਵੇਂ ਦੁਨੀਆ ਨੇ ਉਹ ਵੇਲਾ ਸੌਣ ਵਾਸਤੇ ਦੱਸਿਆ ਹੈ, ਕਹਿੰਦੇ ਉਹ ਟਾਈਮ ਤਾਂ ਸੌਣ ਦਾ ਹੈ, ਸੌਣ ਕੇ ਤੁਸੀਂ ਆਰਾਮ ਕਰੋ ਤੇ ਉੱਠ ਕੇ ਫਿਰ ਕੰਮਕਾਰ ਕਰੋ, ਤੇ ਇਹ ਦੁਨੀਆ ਦੀ ਗੱਲ ਹੈ। ਉਹਨਾਂ ਨੇ ਰਾਤ ਦਾ ਵੇਲਾ ਕਹਿੰਦੇ ਵੀ ਸੌਣ ਵਾਸਤੇ, ਰਸਤ ਵਾਸਤੇ ਹੈ। ਪਰ ਦੇਖੋ ਇੱਥੇ ਜਿਹੜਾ ਹੈ ਨਾ ਸੱਚੇ ਰਾਜ ਦੇ ਵਿੱਚ ਅੰਮ੍ਰਿਤ ਵੇਲਾ ਉਹ ਹੈ ਜਿੱਥੇ ਪਰਮਾਤਮਾ ਦੀ ਸਲੋਤਾ ਕਰਨੀ ਹੈ, ਜਿੱਥੇ ਪਰਮਾਤਮਾ ਦੀ ਪ੍ਰੇਸ ਕਰਨੀ ਹੈ, ਜਿੱਥੇ ਪਰਮਾਤਮਾ ਦੇ ਗੁਣ
ਗੁਣ ਗਾਉਣੇ ਹਨ। ਸੱਚਾ ਗੁਰਮੁਖ ਪੰਥ ਹੈ। ਇਸ ਕਰਕੇ ਜਿਹੜਾ ਸੱਚੇ ਪਰਮਾਤਮਾ ਰਾਜ ਨੂੰ ਜਾਣਦੇ ਹਨ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਚਾ ਪਾਤਸ਼ਾਹ ਕਹਿੰਦੇ ਸਨ, ਜਿਹਨੂੰ ਸੁਣ ਕੇ ਜਹਾਂਗੀਰ ਨੂੰ ਬੜਾ ਗੁੱਸਾ ਚੜਿਆ ਕਰਦਾ ਸੀਗਾ ਵੀ ਮੈਨੂੰ ਸੱਚਾ ਪਾਤਸ਼ਾਹ ਕਿਉਂ ਨਹੀਂ ਕਹਿੰਦੇ। ਹੁਣ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਕਿਉਂ ਸੱਚੇ ਨੇ? ਕਿਉਂਕਿ ਉਹ ਲੋਕ ਪਰਲੋਕ ਦੇ ਸਹਾਇਕ ਹਨ, ਉਹ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਹਨ। ਕਹਿੰਦੇ ਦੇਖੋ ਇਸੇ ਕਰਕੇ ਨਾ ਸੱਚਾ ਗੁਰਮੁਖ ਪੰਥ ਹੈ। ਸਾਰੀ ਦੁਨੀਆ ਦੇ ਨਾਲੋਂ ਇੱਕ ਗੁਰਮੁਖ, ਉਹ ਜਿਹੜਾ ਗੁਰੂ ਦੇ ਮੁਖ ਤੋਂ ਜਿਹੜਾ ਪੰਥ ਉਹਨਾਂ ਦੇ ਉਪਦੇਸ਼ ਨਾਲ ਚੱਲਿਆ ਹੈ, ਤੇ ਉਹ ਉਪਦੇਸ਼ ਨਾਲ ਚੱਲਿਆ ਹੋਇਆ ਗੁਰਮੁਖਾਂ ਦਾ ਜਿਹੜਾ ਪੰਥ ਉਹ ਸੱਚਾ ਹੈ, ਕਿਉਂਕਿ ਸੱਚੇ ਨੂੰ ਹੀ ਮੰਨਦੇ ਹਨ। ਉਹ ਦੁਨੀਆ ਦੇ ਜਿਹੜੇ ਹਨ ਝੂਠ ਮੁੱਠੀ ਜਾਂ ਜਿਹੜੀ ਬਣਾਵਟ ਵਾਲੀ ਜਿਹੜੀਆਂ ਹਨ ਜਾਂ ਹਿਪੋਕ੍ਰੇਸੀ ਪਖੰਡ ਨੂੰ ਨਹੀਂ ਮੰਨਦੇ, ਉਹ ਸੱਚੇ ਪਰਮੇਸ਼ਰ ਨੂੰ ਮੰਨਦੇ ਹਨ। ਇਸ ਕਰਕੇ ਸੱਚਾ ਪੰਥ ਹੈ। ਸੱਚ ਉਪਦੇਸ਼ ਨਾ ਗਰੀਬ ਗਹੇਲਾ। ਦੇਖੋ ਉਹ ਸੱਚ ਦਾ ਉਪਦੇਸ਼ ਹੀ ਸੁਣਦੇ ਤੇ ਕਰਦੇ ਹਨ। ਉਹਨਾਂ ਨੂੰ ਸੱਚੇ ਉਪਦੇਸ਼ ਨਾਲ ਹੀ ਸਰਬੰਧ ਹੈ। ਦੁਨੀਆ ਦੇ ਰੌਲੇ ਰੱਪੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਨਾ ਗਰਭ ਗਹੇਲਾ। ਦੇਖੋ ਇਹ ਪੰਥ ਹੀ ਐਸਾ ਹੈ ਜਿੱਥੇ ਕੋਈ ਵੀ ਜਿਹੜਾ ਹਨ ਹੰਕਾਰ ਦੀ ਗੱਲ ਨਹੀਂ ਹੁੰਦੀ, ਜਿੱਥੇ ਜਿਹੜੇ ਹਨ ਹੰਕਾਰ ਨਾਲ ਕੋਈ ਪਕੜ ਨਹੀਂ ਹੁੰਦੀ, ਹੰਕਾਰ ਨਾਲ ਕੋਈ ਅਟੈਚਮੈਂਟ ਨਹੀਂ ਹੁੰਦਾ, ਹੰਕਾਰ ਨਹੀਂ ਬਣਦਾ। ਕਿਉਂਕਿ ਗੁਰੂ ਦੀ ਗੱਲ ਹੈ, ਗੁਰੂ ਨੇ ਕੀਤੀ ਹੈ, ਗੁਰੂ ਨੇ ਕਰਾਈ ਹੈ, ਗੁਰੂ ਕਰ ਰਿਹਾ ਹੈ, ਫਿਰ ਆਪਾਂ ਕਿੱਥੋਂ ਵਿੱਚ ਆ ਜਾਂਦੇ ਹਾਂ। ਸੋ ਇਹ ਗੁਰੂ ਦੀ ਉਹ ਗੱਲ ਹੈ, ਜੋ ਗੁਰੂ ਦਾ ਹੈ ਸੋ ਗੁਰੂ ਨੂੰ ਹੀ ਸੌਂਪਿਆ। ਇਸ ਕਰਕੇ ਇਹਦੇ ਵਿੱਚ ਪਕੜ ਜਿਹੜੀ ਹੰਕਾਰ ਦੀ ਉਹ ਨਹੀਂ ਹੁੰਦੀ, ਕਿਉਂਕਿ ਸਿੱਖ ਜਿਹੜਾ ਹੈ ਉਹ ਗੁਰੂ ਤੇ ਮਾਣ ਕਰਦਾ ਹੈ, ਉਹ ਗੁਰੂ ਨੂੰ ਹੀ ਜਾਣਦਾ ਹੈ, ਉਹ ਆਪਣੇ ਆਪ ਨੂੰ ਨਹੀਂ ਕੁਝ ਵੀ ਜਾਣਦਾ। ਆਸਾ ਵਿੱਚ ਨਿਰਾਸਗਤ। ਦੇਖੋ ਸਿੱਖਾਂ ਦਾ ਜੀਵਨ ਜਿਹੜਾ ਹਨ ਗੁਰਮੁਖਾਂ ਦਾ ਕੈਸਾ ਹੈ, ਆਸਾਂ ਦੇ ਵਿੱਚ ਵੀ ਨਿਰਾਸ਼ ਹੋ ਕੇ ਇਹੀ ਜਿਹੜਾ ਹਨ ਰੀਤੀ ਵਿੱਚ ਰਹਿੰਦੇ ਹਨ। ਭਾਵੇਂ ਆਸਾਂ ਹੁੰਦੀਆਂ ਨੇ ਪਰ ਆਸਾਂ ਵਿੱਚ ਵੀ ਨਿਰਾਸ਼ਤਾ ਹੁੰਦੀ ਹੈ, ਨਿਰਾਸ਼ ਹੋ ਕੇ ਰਹਿੰਦੇ ਹਨ। ਇਹ ਦੁਨੀਆ ਦੇ ਸੁੱਖਾਂ ਵੱਲੋਂ ਨਿਰਾਸ਼ ਹੁੰਦੇ ਨੇ। ਜੋ ਜਿਹੜਾ ਹਨ ਕਿਉਂ ਜੋ ਸੁੱਖ ਆਉਂਦਾ ਤਾਂ ਸੁੱਖ ਮਾਣਦੇ ਹਨ, ਇਹ ਨਹੀਂ ਵੀ ਨਹੀਂ ਮਾਣਦੇ ਹਨ, ਪਰ ਉਹਨਾਂ ਤੋਂ ਨਿਰਾਸ਼ਤਾ ਇਸ ਕਰਕੇ ਹੈ, ਉਹਨਾਂ ਨੂੰ ਪਤਾ ਇਹ ਸਦੀਵੀ ਕਾਲ ਵਾਸਤੇ ਨਹੀਂ, ਇਹ ਟੈਂਪਰੇਰੀ ਹੈ। ਅੱਜ ਆਇਆ ਭਲਕੇ ਚਲਿਆ ਜਾਣਾ ਹੈ, ਭਲਕੇ ਹੋਰ ਕੁਝ ਆ ਜਾਣਾ ਹੈ। ਇਸ ਕਰਕੇ ਉਹਨਾਂ ਦੀ ਬਹੁਤੀ ਪਕੜ ਨਹੀਂ ਬਣਦੀ। ਉਹ ਨਿਰਾਸ਼ ਇਸ ਕਰਕੇ ਨੇ ਕਿਉਂਕਿ ਉਹ ਜਾਣਦੇ ਨੇ ਇਹ ਸੁੱਖ ਅੱਜ ਹਾਸਾ ਖੇਡਣਾ ਜਿਹੜਾ ਹੈ ਅੱਜ ਦਾ ਹੀ ਹੈ, ਭਲਕੇ ਰੋਣਾ ਵੀ ਆਉਣਾ ਹੈ। ਸੋ ਇਸ ਕਰਕੇ ਉਹ ਨਿਰਾਸ਼ ਉਹ ਸੱਚ ਵਿੱਚ ਰਹਿੰਦੇ ਹਨ। ਦੇਖੋ ਐਸਾ ਹੈ ਨਾ, ਕਈ ਲੋਕ ਸੋਚਦੇ ਹਨ ਕਿ ਅਸੀਂ ਪਾਠ ਕਰਦੇ ਹਾਂ ਸਾਨੂੰ ਕੋਈ ਦੁੱਖ ਨਹੀਂ ਆਉਣਾ ਚਾਹੀਦਾ, ਅਸੀਂ ਨਾਮ ਜਪਦੇ ਹਾਂ ਸਾਨੂੰ ਸਾਰੇ ਜਿਹੜੇ ਹਨ ਸਾਡੀਆਂ ਪੀੜਾਂ ਨਿਕਲ ਜਾਣੀਆਂ ਚਾਹੀਦੀਆਂ। ਪਰ ਅਸਲ ਵਿੱਚ ਗੱਲ ਇਹ ਹੈ ਉਹ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਨੇ ਤੁਹਾਨੂੰ ਇਹ ਚੀਜ਼ਾਂ ਤੋਂ ਉੱਤੇ ਉਠਾਉਣਾ ਹੈ। ਤੁਹਾਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੋਣੀਆਂ ਚਾਹੀਦੀਆਂ, ਤੁਹਾਨੂੰ ਇਹ ਚੀਜ਼ਾਂ ਤੇ ਜਿਹੜਾ ਇੰਪੋਰਟੈਂਸ ਆਪਾਂ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਇੰਪੋਰਟੈਂਸ ਸਿਰਫ ਨਾਮ ਦਾ ਹੈ। ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਹਨ ਬਹੁਤਾ ਆਪਣਾ ਜਿਹੜਾ ਹੈ ਸੋਚਣਾ ਨਹੀਂ ਚਾਹੀਦਾ ਇਹ ਗੱਲਾਂ ਬਾਰੇ। ਕਿਉਂ ਸੋਚਦੀਆਂ ਹਨ? ਜੇ ਪੀੜ ਹੋ ਗਈ ਤਾਂ ਕੀ ਹੋਇਆ, ਤੇ ਇਹ ਵੀ ਪਰਮੇਸ਼ਰ ਦੇ ਨਾਮ ਨਾਲੋਂ ਜ਼ਰੂਰੀ ਨਹੀਂ ਹੈ ਨਾ। ਇਸ ਕਰਕੇ ਸਭ ਤੋਂ ਜ਼ਰੂਰੀ ਜਿਹੜਾ ਕੀ ਗੱਲ ਹੈ ਪਰਮਾਤਮਾ ਦਾ ਨਾਮ ਜਪਣਾ, ਉਹ ਗੁਰਬਾਣੀ ਪੜ੍ਹਨੀ, ਗੁਰੂ ਨਾਲ ਜੁੜਨਾ, ਗੁਰੂ ਦਾ ਪ੍ਰੇਮ ਰੱਖਣਾ, ਇਹੀ ਜ਼ਰੂਰੀ ਹੈ। ਇਸ ਕਰਕੇ ਆਸਾਂ ਵਿੱਚ ਨਿਰਾਸ਼ ਹੋ ਕੇ ਹੀ ਰਹਿਣਾ ਹੈ। ਸੱਚਾ ਖੇਲ ਮੇਲ ਸੱਚ ਖੇਲਾ। ਦੇਖੋ ਸੱਚਾ ਖੇਡ ਹੈ, ਭਾਵੇਂ ਉਹ ਖੇਡ ਦੇ ਵਿੱਚ ਭਾਈ ਮਤੀ ਦਾਸ ਦੇ 2 ਫਾੜੇ ਵੀ ਹੋ ਗਏ, ਭਾਈ ਦਿਆਲਾ ਜੀ ਨੂੰ ਜਿਹੜਾ ਉਬਲਦੀ ਦੇਗ ਵਿੱਚ ਵੀ ਉਬਾਲ ਦਿੱਤਾ, ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ ਨੂੰ ਚੜਕਰੀਆਂ ਤੇ ਵੀ ਚੜਾ ਦਿੱਤਾ, ਭਾਈ ਮਹਿਤਾਬ ਸਿੰਘ ਨੂੰ ਚੱਕਰੀਆਂ ਤੇ ਚੜਾ ਦਿੱਤਾ। ਪਰ ਦੇਖੋ ਕਹਿੰਦੇ ਇਹ ਗੱਲ ਕੀ ਹੋਈ, ਉਹ ਜਿਹੜਾ ਹਨ ਗੁਰਮੁਖ ਜਿਹੜੇ ਹੁੰਦੇ ਨੇ ਉਹ ਪਰਮੇਸ਼ਰ ਦਾ ਖੇਡ ਹੀ ਜਾਣਦੇ ਹਨ। ਉਹ ਕਹਿੰਦੇ ਹੇ ਪਰਮਾਤਮਾ ਇਹ ਤੇਰਾ ਖੇਡ ਹੈ, ਸੱਚਾ ਖੇਲ ਮੇਲ ਸੱਚ ਖੇਲਾਂ। ਕਿਉਂਕਿ ਉਹ ਖੇਡ ਦੇ ਵਿੱਚ ਗੁਰੂ ਮਹਾਰਾਜ ਜੀ ਕੀ ਕਰਦੇ ਹਨ, ਆਪਣੇ ਸਿੱਖ ਨੂੰ ਆਪਣੇ ਨਾਲ ਮੇਲ ਲੈਂਦੇ ਹਨ। ਇਹ ਖੇਡ ਵਰਤਾ ਕੇ ਇਹ ਜਿਹੜਾ ਐਸਾ ਖੇਡ ਕਰ ਦਿੰਦੇ ਨੇ ਜਿੱਥੇ ਇੱਕ ਸਿੱਖ ਨੂੰ ਜਿਹੜਾ ਹਨ ਇਸ ਤਰ੍ਹਾਂ ਚੁੱਕ ਕਰਕੇ ਅਸਮਾਨ ਵਿੱਚ ਲੈ ਜਾਂਦੇ ਨੇ, ਬਹੁਤ ਉੱਚਾ ਕਰ ਦਿੰਦੇ ਨੇ। ਦੇਖੋ ਉਹ ਵੀ ਜਿਹੜਾ ਹੈ ਗੁਰੂ ਮਹਾਰਾਜ ਕਰ ਦਿੰਦੇ ਨੇ, ਤੇ ਸਿੱਖਾਂ ਨੂੰ ਇਹ ਗੱਲ ਦਾ ਭਰੋਸਾ ਹੁੰਦਾ ਹੈ ਵੀ ਗੁਰੂ ਨੇ ਇਹ ਖੇਡ ਰਚਾਇਆ ਹੈ ਮੈਨੂੰ ਆਪਣੇ ਨਾਲ ਮਿਲਾਉਣ ਦਾ। ਇਸ ਕਰਕੇ ਸਿੱਖਾਂ ਦੇ ਵਿੱਚ ਕਿਤੇ ਵੀ ਕੋਈ ਡਰ ਨਹੀਂ ਰਿਹਾ। ਉਹਨਾਂ ਨੇ ਮੌਤ ਨੂੰ ਇੱਕ ਬਖਸ਼ਿਸ਼ ਮੰਨਿਆ ਹੈ। ਉਹਨਾਂ ਨੇ ਜਿਹੜਾ ਮਾਰੇ ਜਲਾਦ ਨੂੰ ਜਿਹੜਾ ਮੁਕਤੀ ਦਾਤਾ ਉਹ ਕਹਿੰਦੇ ਸਨ ਵੀ ਤਾਂ ਮੁਕਤੀ ਦਾਤਾ ਹੈ, ਇਹਨੇ ਤਾਂ ਸਾਨੂੰ ਸਾਡੇ ਗੁਰੂ ਦਾ ਹੁਕਮ ਵਰਤਾ ਕੇ ਸਾਨੂੰ ਆਪਣੇ ਹੁਕਮ ਗੁਰੂ ਦੇ ਹੁਕਮ ਨੂੰ ਮਨਾ ਕੇ ਤੇ ਗੁਰੂ
ਵਿੱਚ ਮੇਲ ਦੇਣਾ ਹੈ। ਸਾਨੂੰ ਹੋਰ ਕੀ ਚਾਹੀਦਾ ਹੈ? ਇਹ ਤਾਂ ਸਾਡਾ ਵਸੀਲਾ ਬਣ ਗਿਆ, ਮੀਡੀਅਮ ਬਣ ਗਿਆ। ਇਸ ਤਰ੍ਹਾਂ ਜਿਹੜਾ ਹੈ ਸਿੱਖ ਜਿਹੜੇ ਹਨ ਇੰਨੇ ਪੋਜ਼ਿਟਿਵ ਮਾਈਂਡਡ ਹੁੰਦੇ ਨੇ, ਉਹਨਾਂ ਨੂੰ ਕੋਈ ਜਿਹੜੇ ਹਨ ਨੈਗੇਟਿਵਿਟੀ ਉਹਨਾਂ ਵਿੱਚ ਨਹੀਂ ਆਉਂਦੀ, ਕਿਉਂਕਿ ਉਹਨਾਂ ਦਾ ਧਿਆਨ ਹੁੰਦਾ ਹੈ ਵੀ ਪਰਮੇਸ਼ਰ ਨਾਲ ਇੱਕ ਹੋਣਾ ਹੈ। ਦੈਟਸ ਇਟ। ਉਹਨਾਂ ਨੂੰ ਹੋਰ ਕੋਈ ਗੱਲ ਦਾ ਜਿਹੜਾ ਹੈ ਖਿਆਲ ਨਹੀਂ ਹੁੰਦਾ। ਗੁਰਮੁਖ ਸਿੱਖ ਗੁਰੂ ਗੁਰ ਚੇਲਾ। ਦੇਖੋ ਫਿਰ ਗੁਰਮੁਖ ਜਿਹੜੇ ਹੁੰਦੇ ਨੇ, ਜੋ ਗੁਰੂ ਦੀ ਕਮਾਈ, ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਨੇ, ਜੋ ਗੁਰੂ ਦਾ ਕਿਹਾ ਹੋਇਆ ਬਚਨ ਕਮਾਉਂਦੇ ਹਨ, ਉਹ ਗੁਰਮੁਖ ਜਿਹੜੇ ਹਨ, ਦੇਖੋ ਫਿਰ ਗੁਰੂ ਉਹਨਾਂ ਨੂੰ ਵਡਿਆਈ ਦਿੰਦਾ ਨਾ, ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦਾ ਹੈ। ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, 7 ਸਾਲ ਐਸੀ ਘਾਲਣਾ ਘਾਲੀ ਭਾਈ ਲਹਿਣੇ ਨੇ, ਤੇ ਗੁਰੂ ਨਾਨਕ ਨੇ ਆਪਣਾ ਹੀ ਤਖਤ ਜਿਹੜਾ ਸੀਗਾ ਭਾਈ ਲਹਿਣੇ ਨੂੰ ਬਿਠਾ ਕੇ ਆਪਣਾ ਅੰਗ ਬਣਾ ਕੇ ਉਹਨਾਂ ਨੂੰ ਆਪਣਾ ਰੂਪੇ ਕਰ ਲਿਆ। ਦੇਖੋ ਐਸਾ ਜਿਹੜਾ ਹੈ ਨਾ ਗੁਰਮੁਖ ਸਿੱਖ, ਕਹਿੰਦੇ ਗੁਰਮੁਖ ਜਿਹੜੇ ਸਿੱਖ ਹੁੰਦੇ ਨੇ, ਗੁਰੂ ਜਿਹੜਾ ਹਨ, ਗੁਰੂ ਆਪਣੇ ਵਿੱਚ ਮੇਲ ਕਰਕੇ ਗੁਰ ਚੇਲਾ, ਪਰ ਫਿਰ ਵੀ ਉਹ ਸਿੱਖ ਆਪਣੇ ਆਪ ਨੂੰ ਗੁਰੂ ਦੇ ਪ੍ਰੇਮ ਵਿੱਚ ਹੀ ਰੱਖਦੇ ਹਨ। ਜਿਵੇਂ ਭਾਈ ਲਹਿਣੇ ਨੂੰ ਫਿਰ ਆ ਕੇ ਗੋਰਖਨਾਥ ਵਰਗੇ ਜੋਗੀ ਪੁੱਛਦੇ ਹਨ ਕਿ ਗੁਰੂ ਨਾਨਕ ਦੇ ਅੱਗੇ ਸਾਰਾ ਜੱਗ ਝੁਕਿਆ ਤੇ ਉਹ ਗੁਰੂ ਨਾਨਕ ਤੇਰੇ ਅੱਗੇ ਕਿਵੇਂ ਝੁਕ ਗਿਆ? ਤਾਂ ਭਾਈ ਲਹਿਣੇ ਨੇ ਇੱਕੋ ਗੱਲ ਕਹੀ, ਕਹਿੰਦੇ ਜੋ ਬੱਚਾ ਡਿੱਗ ਪੈਂਦਾ ਹੈ ਨਾ, ਕਹਿੰਦੇ ਉਹਦੇ ਮਾਪੇ ਉਹਨੂੰ ਨੀਵਾਂ ਹੋ ਕੇ ਉਠਾਉਂਦੇ ਹਨ। ਕਹਿੰਦੇ ਗੁਰੂ ਨੇ ਤਾਂ ਮੈਨੂੰ ਨੀਵਾਂ ਜਿਹੜਾ ਹੈ, ਮੈਨੂੰ ਸਿੱਟੇ ਹੋਏ ਨੂੰ, ਲਿਤਾੜੇ ਹੋਏ ਨੂੰ ਮੈਨੂੰ ਚੁੱਕਿਆ ਹੈ। ਗੁਰੂ ਮੇਰੇ ਅੱਗੇ ਨੀਵਾਂ ਨਹੀਂ ਹੋਇਆ, ਉਹਨੇ ਨੀਵਾਂ ਹੋ ਕੇ ਮੈਨੂੰ ਉੱਤੇ ਚੁੱਕਿਆ ਹੈ। ਦੇਖੋ ਐਸੀ ਭਾਵਨਾ ਜਿਹੜਾ ਹਨ ਸਿੱਖ ਫਿਰ ਵੀ ਰੱਖਦਾ ਗੁਰੂ ਤੇ, ਭਾਵੇਂ ਗੁਰੂ ਨਾਲ ਇੱਕ ਵੀ ਹੋ ਜਾਂਦਾ ਹੈ। ਆਸਾ ਵਿੱਚ ਨਿਰਾਸ ਗਤ, ਸੱਚਾ ਖੇਲ ਮੇਲ ਸੱਚ ਖੇਲਾ। ਗੁਰਮੁਖ ਸਿੱਖ ਗੁਰੂ ਗੁਰ ਚੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।